ਬਿਨ ਬੇਰੀ ਕਰ ਪਾ ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਠਾਕੁਰਾਈ ਇਨ ਬੀਚ ਜੇ ਸਭ ਮਾਰ ਨਿਕਾਰੈ। ਸੁਖ ਸੋ ਆਵਨ ਜਾਨ ਹੋਏ ਨਿਜ ਦੇਸ਼ ਮਝਾਰੈ। ਪ੍ਰਭ ਜੀ ਦੀਜੈ ਹੁਕਮ ਕੋ ਉਮੜੈ ਦਲ ਸਾਰਾ। ਫਤਿਹ ਕਰੇ ਜਬ ਬਜੇ ਗੋ ਰਣਜੀਤ ਨਗਾਰਾ। ਠਾਕੁਰਾਈ ਇਨ ਬੀਚ ਜੇ ਸਭ ਮਾਰ ਨਿਕਾਰੈ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਭਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਧੰਨ ਧੰਨ ਅੰਤਰਜਾਮੀ ਸਤਿਗੁਰੂ ਜੀ, ਗਰੀਬ ਨਵਾਜ ਜੀ, ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਕੇ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸੰਗਤ ਜੀ, ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸੰਗਤ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਗੁਰੂ ਜੀ ਦੀ ਕਥਾ ਕੀ ਆ ਜੀ? ਗੁਰੂ ਜੀ ਦਾ ਜਸ, ਸਤਿਗੁਰੂ ਜੀ ਦੀ ਵਡਿਆਈ। ਤੇ ਜਦੋਂ ਕੋਈ ਗੁਰੂ ਕੀ ਵਡਿਆਈ ਕਰੇ ਤੇ ਗੁਰੂ ਕੇ ਸਿੱਖਾਂ ਨੂੰ ਆਪਣੇ ਗੁਰੂ ਦੀ ਵਡਿਆਈ ਬਹੁਤ ਚੰਗੀ ਲੱਗਦੀ ਹੈ। ਆਪ ਜੀ ਬਾਣੀ ਪੜ੍ਹਦੇ ਸੁਣਦੇ ਹੋ, ਗੁਰ ਸਿੱਖਾਂ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ। ਗੁਰੂ ਕੇ ਸਿੱਖਾਂ ਨੂੰ ਗੁਰੂ ਕੀ ਵਡਿਆਈ ਜਿਹੜੀ ਹੈ ਉਹ ਚੰਗੀ ਲੱਗਦੀ ਹੈ। ਸੋ ਆਪ ਜੀ ਬੜੇ ਹੀ ਪਿਆਰ ਦੇ ਨਾਲ ਇੱਥੇ ਸੱਜ ਕੇ ਰੋਜ਼ ਵਡਿਆਈ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਕਥਾ ਸਰਵਣ ਕਰਦੇ ਹੋ। ਹਜ਼ੂਰ ਮਹਾਰਾਜ ਨੇ ਭੰਗਾਣੀ ਦਾ ਜੰਗ ਜਿੱਤਿਆ, ਜਿਹਨੂੰ ਪਾਉਂਟਾ ਸਾਹਿਬ ਦੀ ਜੰਗ ਵੀ ਕਹਿੰਦੇ ਆ। ਉਂਝ ਭੰਗਾਣੀ ਦਾ ਜੰਗ ਹੈ। ਜਦੋਂ ਪਾਉਂਟਾ ਸਾਹਿਬ ਜਾਓ, ਭੰਗਾਣੀ ਵਾਲੀ ਥਾਂ ਉੱਤੇ ਜਾ ਕੇ ਉੱਥੇ ਅਸਥਾਨ ਬਣਿਆ ਭੰਗਾਣੀ ਸਾਹਿਬ, ਉਹਦੇ ਜਾ ਕੇ ਦਰਸ਼ਨ ਕਰਕੇ ਆਇਆ ਕਰੋ ਜੀ। ਉੱਥੇ ਬਹੁਤ ਸਾਰੇ ਗੁਰਸਿੱਖ ਸ਼ਹੀਦ ਹੋਏ ਹਨ ਜੀ। ਇੱਕ ਦਿਨ ਅੱਗੇ ਵੀ ਮੈਂ ਆਪ ਜੀ ਨੂੰ ਕਥਾ ਵਿੱਚ ਬੇਨਤੀ ਕੀਤੀ। ਪਾਉਂਟਾ ਸਾਹਿਬ ਅਸਥਾਨ ਦੇ ਕਥਾਵਾਚਕ ਨੇ ਗਿਆਨੀ ਨਿਸ਼ਾਨ ਸਿੰਘ ਜੀ। ਅਸੀਂ ਪਾਉਂਟਾ ਸਾਹਿਬ ਦਰਸ਼ਨ ਕਰਨ ਵਾਸਤੇ ਗਏ। ਉਹਨਾਂ ਸਾਨੂੰ ਬਚਨ ਸੁਣਾਇਆ। ਕਹਿੰਦੇ ਇੱਥੋਂ ਦੀਆਂ ਪਹਿਲੀਆਂ ਮਾਈਆਂ ਬੀਬੀਆਂ ਸਾਨੂੰ ਇਹ ਬਚਨ ਸੁਣਾਉਂਦੀਆਂ ਹੁੰਦੀਆਂ ਸੀ ਕਿ ਭੰਗਾਣੀ ਸਾਹਿਬ ਗੁਰਦੁਆਰਾ ਜਿੱਥੇ ਜੀ, ਉੱਥੋਂ ਅੰਮ੍ਰਿਤ ਵੇਲੇ ਛੈਣਿਆਂ ਦੀ ਆਵਾਜ਼ ਸ਼ੁਰੂ ਹੁੰਦੀ ਸੀਗੀ ਤੇ ਪਾਉਂਟਾ ਸਾਹਿਬ ਦਰਬਾਰ ਸਾਹਿਬ ਤੱਕ ਉਹ ਛੈਣਿਆਂ ਦੀ ਆਵਾਜ਼ ਆਪੇ ਅੱਗੇ ਅੱਗੇ ਤੁਰੀ ਆਉਂਦੀ ਹੁੰਦੀ ਸੀਗੀ। ਕਹਿੰਦੇ ਸਾਨੂੰ ਇੱਥੋਂ ਦੇ ਵੱਡਿਆਂ ਬਜ਼ੁਰਗਾਂ ਨੇ ਦੱਸਿਆ ਕਿ ਮਾਨੋ ਸ਼ਹੀਦੀ ਫੌਜਾਂ ਹਰ ਰੋਜ਼ ਭੰਗਾਣੀ ਸਾਹਿਬ ਤੋਂ ਅੰਮ੍ਰਿਤ ਵੇਲੇ ਚੱਲ ਕੇ ਪਾਉਂਟਾ ਸਾਹਿਬ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰੀ ਲਵਾਉਂਦੀਆਂ ਸਨ ਜੀ। ਹੋ ਵੀ ਸਕਦਾ ਜੀ, ਅਤ ਕਥਨ ਹੀ ਨਹੀਂ ਹੈ, ਕੁਝ ਵੀ ਹੋ ਸਕਦਾ। ਗੁਰੂ ਦੀ ਵੱਡੀ ਵਡਿਆਈ ਹੈ। ਮਹਾਰਾਜ ਜੀ ਨੇ ਜੰਗ ਜਿੱਤੀ, ਪੀਰ ਬੁੱਧੂ ਸ਼ਾਹ ਜੀ ਨੂੰ ਦਸਤਾਰ, ਕੰਘਾ, ਕੇਸ ਤੇ ਕਰਦ ਦਿੱਤੀ ਜੀ। ਮਹੰਤ ਕਿਰਪਾਲ ਦਾਸ ਜੀ ਨੂੰ ਆਪਣੀ ਅੱਧੀ ਦਸਤਾਰ ਦੇ ਕੇ ਉੱਤੇ ਦਸਤਾਰ ਸਜਵਾਈ ਜੀ।
ਆਪਣੇ 3 ਭਰਾਵਾਂ ਨੂੰ ਵੀ ਮਹਾਰਾਜ ਨੇ ਖੁੱਲਾ ਧੀਰਜ ਵੀ ਦਿੱਤਾ, ਕਿਉਂਕਿ 2 ਭਰਾ ਸ਼ਹੀਦ ਹੋ ਗਏ। ਹੋਰ ਵੀ ਜਿਹੜੇ ਗੁਰਸਿੱਖ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਧੀਰਜ ਦਿੱਤਾ, ਖੁੱਲੀ ਮਾਇਆ ਵੰਡੀ, ਇਨਾਮ ਵੰਡੇ। ਇਹ ਆਪ ਜੀ ਨੇ ਕੱਲ ਦੀ ਕਥਾ ਵਿੱਚ ਸਰਵਣ ਕੀਤਾ ਜੀ। ਹੁਣ ਉਸ ਜੰਗ ਦਾ ਕਿੰਨਾ ਵੱਡਾ ਪ੍ਰਤਾਪ ਹੈ ਜੀ, ਆਖੋ ਸ੍ਰੀ ਵਾਹਿਗੁਰੂ। ਉਸ ਜੰਗ ਦਾ ਭਾਵ ਇਸ ਜੰਗ ਦਾ ਕਿੰਨਾ ਕੁ ਵੱਡਾ ਪ੍ਰਤਾਪ ਹੈ, ਕਿੰਨਾ ਵੱਡਾ ਪ੍ਰਤਾਪ ਹੈ। ਹਾਂਜੀ, ਉਹ ਆਪ ਜੀ ਨੇ ਸਰਵਣ ਕੀਤਾ ਕਿ ਗੁਰਸਿੱਖਾਂ ਵਿੱਚ ਸਪਿਰਟ ਆ ਗਈ ਸਾਧ ਸੰਗਤ ਜੀ। ਕੱਲ ਤੁਸੀਂ ਸਰਵਣ ਕੀਤਾ ਨਾ, ਉਹ ਕਹਿੰਦੇ ਸੱਚੇ ਪਾਤਸ਼ਾਹ ਅਗਲੇ ਦਿਨ ਜਦੋਂ ਦੀਵਾਨ ਸੱਜਿਆ, ਢਾਡੀਆਂ ਨੇ ਜਸ ਗਾਇਆ ਆ ਕੇ, ਉਹ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਸਾਡੇ ਤੇ ਕਿਰਪਾ ਕਰੋ, ਅਸੀਂ ਫਤਿਹ ਸ਼ਾਹ ਰਾਜੇ ਨੂੰ ਫੜ ਕੇ ਤੁਹਾਡੇ ਚਰਨੀ ਪਾ ਦਾਂਗੇ। ਜੋਸ਼ ਆ ਗਿਆ ਜੀ। ਉਹ ਬੰਦੇ ਜਿਹੜੇ ਰਾਜੇ ਫਤਿਹ ਸ਼ਾਹ ਦੇ ਸਾਹਮਣੇ ਕਦੀ ਸਿਰ ਨਹੀਂ ਹੀ ਚੁੱਕ ਸਕਦੇ ਜੀ, ਉਹ ਬੰਦੇ ਰਾਜੇ ਫਤਿਹ ਸ਼ਾਹ ਨੂੰ ਫੜ ਕੇ ਗੁਰੂ ਜੀ ਦੇ ਚਰਨਾਂ 'ਚ ਪਾਉਣ ਜੋਗੇ ਬਣ ਗਏ ਜੀ। ਇਹ ਕਿੰਨੇ ਬਣਾਏ ਜੀ? ਇਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਣਾਏ ਜੀ। ਐਵੇਂ ਥੋੜੀ ਭਾਈ ਗੁਰਦਾਸ ਜੀ ਲਿਖਦੇ ਵਹਿ ਪ੍ਰਗਟਿਓ ਮਰਦ, ਮਰਦ ਲਿਖਿਆ ਮਰਦ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਮਰਦ ਬਣਾਇਆ ਜੀ ਉਹਨਾਂ ਨੂੰ। ਉਹ ਫਿਰ ਕਿਵੇਂ ਕਹਿਣ ਲੱਗੇ, ਮਹਾਰਾਜ ਇਹਨਾਂ ਪਹਾੜੀਆਂ ਦੀਆਂ ਜੜ੍ਹਾਂ ਹਿਲਾ ਦਿਆਂਗੇ, ਮਹਾਰਾਜ ਇਹਨਾਂ ਦੀਆਂ ਤੇ ਅਸੀਂ ਨੀਹਾਂ ਹਿਲਾ ਦਿਆਂਗੇ। ਕਿਵੇਂ ਲਾਹੌਰ ਨੂੰ ਲੁੱਟਣ ਦੀਆਂ ਗੱਲਾਂ ਕਰਨ ਲੱਗ ਪਏ ਜੀ, ਦਿੱਲੀ ਨੂੰ ਲੁੱਟਣ ਦੀਆਂ ਗੱਲਾਂ ਕਰਨ ਲੱਗ ਪਏ। ਕਹਿੰਦੇ ਜੇ ਮਹਾਰਾਜ ਦਿੱਲੀ ਲਾਹੌਰ ਨੂੰ ਨਾਮ ਹੀ ਨਾ ਲੁੱਟਣ ਦੇਣ, ਪਾਉਂਟੇ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਤਾਂ ਰਾਜ ਕਾਇਮ ਕਰ ਸਕਦੇ ਹਾਂ ਅਸੀਂ। 22 ਧਾਰੀ ਰਾਜਿਆਂ ਨੂੰ ਚਕਨਾ ਚੂਰ ਕਰ ਸਕਦੇ ਹਾਂ। ਇਹ ਉਸ ਸਮੇਂ ਦੇ ਗੁਰਸਿੱਖਾਂ ਵਿੱਚ ਸਪਿਰਟ ਆ ਗਈ ਸਾਧ ਸੰਗਤ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਠਾਕੁਰਾਈ ਇਨ ਬੀਚ ਜੇ ਸਭ ਮਾਰ ਨਿਕਾਰੈ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਆਪਸ 'ਚ ਗੱਲਾਂ ਕਰਦੇ ਕਿ ਆਹ ਜਿਹੜੇ ਰਾਜੇ ਆ ਨਾ, ਠਕਰਾਈ ਇਹਨਾਂ 'ਚ ਮਾਲਕੀ ਬੜੀ ਹੋਈ ਹੈ, ਇਹ ਮਾਲਕੀ ਕਰਨਾ ਗਿੱਝ ਗਏ ਆ। ਪਰ ਮਹਾਰਾਜ ਸਾਨੂੰ ਹੁਕਮ ਕਰਨ, ਇਹਨਾਂ ਵਿੱਚੋਂ ਠਕੁਰਾਈ ਕਰਨੀ, ਮਾਲਕੀ ਕਰਨੀ, ਤੇ ਮਾਰ ਮਾਰ ਕੇ ਇਹ ਸੁਭਾਅ ਕੱਢ ਦਿਆਂਗੇ ਇਹਨਾਂ ਦਾ। ਇੰਨੀ ਜ਼ੁਰਤ ਆ ਗਈ ਗੁਰਸਿੱਖਾਂ ਵਿੱਚ ਜੀ। ਹਾਂਜੀ, ਸੁਖ ਸੋ ਆਮਨ ਜਾਨ ਹੋਏ ਨਿਜ ਦੇਸ਼ ਮਝਾਰੈ। ਮਹਾਰਾਜ ਕੁੱਟ ਕੁੱਟ ਕੇ ਰਾਜੇ ਸਿੱਧੇ ਕਰ ਦਿਆਂਗੇ, ਬਾਅਦ ਵਿੱਚ ਆਪਣੇ ਇਲਾਕੇ ਵਿੱਚ ਆ ਕੇ ਸੁੱਖ ਨਾ ਰਵਾਂਗੇ। ਹਾਂਜੀ, ਪ੍ਰਭ ਜੀ ਦੀਜੈ ਹੁਕਮ ਕੋ ਉਮੜੈ ਦਲ ਸਾਰਾ। ਕਹਿੰਦੇ ਗੁਰਸਿੱਖ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਹੁਕਮ ਕਰੋ ਸਾਨੂੰ ਹੁਕਮ, ਇੱਕ ਵਾਰ ਹੁਕਮ ਕਰ ਦਿਓ, ਸਾਰੀ ਫੌਜ ਜਾ ਕੇ ਪੈ ਜਾਵਾਂਗੇ ਇਹਨਾਂ ਪਹਾੜੀਆਂ ਉੱਤੇ। ਫਤਿਹ ਕਰਹਿ ਜਬ ਬਜੈ ਗੋ ਰਣਜੀਤ ਨਗਾਰਾ। ਗਰੀਬ ਨਵਾਜ ਇੱਕ ਵਾਰੀ ਰਣਜੀਤ ਨਗਾਰਾ ਵਜਵਾ ਦਿਓ, ਭਾਵ ਸਾਨੂੰ ਹੁਕਮ ਕਰ ਦਿਓ, 22 ਧਾਰ ਦੇ ਇਲਾਕੇ ਸਾਰੇ ਫਤਿਹ ਕਰ ਲਵਾਂਗੇ। ਆਖੋ ਸ੍ਰੀ ਵਾਹਿਗੁਰੂ। ਕਿਉਂ ਨਾ ਗੁਰਸਿੱਖ ਇਹ ਗੱਲ ਕਹਿਣ ਗੁਰਮੁਖੋ, ਕਿਉਂਕਿ ਉਹਨਾਂ ਦਾ ਗੁਰੂ ਪੂਰਾ ਹੈ। ਉਹ ਕਹਿੰਦੇ ਸਾਡਾ ਗੁਰੂ ਪੂਰਾ ਹੈ, ਕੁਛ ਵੀ ਹੋ ਸਕਦਾ ਹੈ, ਜਿਵੇਂ ਮਹਾਰਾਜ ਕਹਿਣ ਉਹ ਹੋ ਸਕਦਾ ਹੈ। ਗੁਰ ਪੂਰਾ ਮੇਰਾ ਗੁਰ ਪੂਰਾ, ਗੁਰ ਗੁਰ ਪੂਰਾ ਮੇਰਾ ਗੁਰ ਪੂਰਾ, ਗੁਰ ਮੇਰਾ ਗੁਰ ਗੁਰ ਪੂਰਾ ਮੇਰਾ ਗੁਰ ਪੂਰਾ,
ਮੇਰਾ ਗੁਰ ਪੂਰਾ, ਗੁਰ ਪੂਰਾ, ਮੇਰਾ ਗੁਰ ਪੂਰਾ। ਜਿਨ੍ਹਾਂ ਦਾ ਗੁਰੂ ਪੂਰਾ ਹੋਵੇ, ਹਾਂਜੀ, ਜਿਨ੍ਹਾਂ ਦਾ ਗੁਰੂ ਪੂਰਾ ਹੋਵੇ ਉਹ ਫਿਰ ਡਰਦੇ ਨਹੀਂ ਕਿਸੇ ਤੋਂ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਉਹ ਨਹੀਂ ਡਰਦੇ ਸਾਧ ਸੰਗਤ ਜੀ। ਉਹ ਕਹਿੰਦੇ ਮਹਾਰਾਜ ਹੁਕਮ ਤੇ ਕਰਨ। ਹਾਂਜੀ। ਸੂਰ ਚਲਾਕਨ ਬਾਕ ਕੋ ਸੁਨ ਪ੍ਰਭ ਦੇ ਧੀਰਾ। ਮਹਾਰਾਜ ਸੱਚੇ ਪਾਤਸ਼ਾਹ ਬਸ ਹੁਕਮ ਕਰ ਦੇਣ। ਉਹ ਮਹਾਰਾਜ ਨੇ ਵੇਖਿਆ ਵੀ ਇਹ ਸਿੱਖ ਤਾਂ ਬਹੁਤੇ ਤੇਜ਼ ਹੋ ਗਏ ਆ। ਆਖੋ ਵਾਹਿਗੁਰੂ ਵਾਹਿਗੁਰੂ। ਵੀ ਇੱਕੋ ਹੀ ਜੰਗ ਲੜਿਆ ਤੇ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਪਏ ਆ। ਵੀ ਪਹਾੜੀ ਰਾਜੇ ਮਾਰ ਮਾਰ ਕੇ ਕੁੱਟ ਕੁੱਟ ਸਿੱਧੇ ਕਰ ਦਿਆਂਗੇ, ਲਾਹੌਰ ਤੇ ਰਾਜ ਕਰ ਲਵਾਂਗੇ, ਦਿੱਲੀ ਤੇ ਰਾਜ ਕਰ ਲਵਾਂਗੇ। ਪਾਵਰ ਤਾਂ ਹੈ ਉਹਨਾਂ ਵਿੱਚ ਜੀ, ਪਰ ਮਹਾਰਾਜ ਉਹਨਾਂ ਨੂੰ ਧੀਰਜ ਦਿੰਦੇ ਹੈ ਜੀ। ਕਿਉਂ? ਗੁਰਸਿੱਖ ਨੇ ਗੁਰੂ ਦੀ ਬਖਸ਼ਿਸ਼ ਨੂੰ ਜਰਨਾ ਵੀ ਹੈਗਾ ਸਾਧ ਸੰਗਤ ਜੀ, ਜਰਨਾ ਵੀ ਹੈਗਾ ਜੀ। ਪ੍ਰਾਪਤ ਕਰ ਲੈਣੀ ਤਾਕਤ ਬਖਸ਼ਿਸ਼ ਵੱਡੀ ਗੱਲ ਹੈ, ਪਰ ਉਹਦੇ ਤੋਂ ਵੀ ਵੱਡੀ ਗੱਲ ਹੈ ਜਿਹੜੀ ਬਖਸ਼ਿਸ਼ ਮਿਲੀ ਹੈ ਉਹਨੂੰ ਜਰ ਕੇ ਰੱਖਣਾ ਜੀ। ਮਹਾਰਾਜ ਉਹਨਾਂ ਨੂੰ ਧੀਰਜ ਦਿੰਦੇ ਹਨ। ਭਿਖੋ ਖੇਲ ਕਰ ਤਾਰ ਕੇ ਠਹਿਰੋ ਬਰ ਬੀਰਾ। ਮਹਾਰਾਜ ਕਹਿਣ ਲੱਗੇ ਸੂਰਬੀਰੋ ਠਹਿਰ ਜੋ, ਥੋੜਾ ਹੌਸਲਾ ਰੱਖੋ। ਕਹਿਣ ਲੱਗੇ ਠਹਿਰੋ, ਇਹ ਤਾਂ ਕਰਤਾਰ ਦੀ ਖੇਡ ਹੈ ਸਾਰੀ, ਇਹ ਤਾਂ ਵਾਹਿਗੁਰੂ ਦਾ ਹੁਕਮ ਹੈ। ਹੌਲੀ ਹੌਲੀ ਸਭ ਕੁਝ ਹੋ ਜਾਣਾ। ਹਾਂਜੀ। ਨਹਿ ਧਾਰੋ ਬਹੁ ਸ਼ੀਘਰਤਾ ਅਸਕੇਤ ਰਜਾਈ। ਕਾਹਲੀ ਨਾ ਕਰੋ, ਮਹਾਰਾਜ ਕਹਿਣ ਲੱਗੇ ਕਾਹਲੀ ਨਾ ਕਰੋ। ਜਿਵੇਂ ਸ੍ਰੀ ਅਸਕੇਤ ਪਰਮੇਸ਼ਰ ਦੀ ਕਿਰਪਾ ਕਰਨਗੇ ਉਹਨਾਂ ਦੀ ਰਜਾ ਵਿੱਚ ਰਹੋ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਵਾਹਿਗੁਰੂ ਦੀ ਰਜਾ ਵਿੱਚ ਰਹਿਣਾ ਵੱਡੀ ਗੱਲ ਹੈ। ਅੱਜ ਵੀ ਸਾਡੇ ਬੰਦੇ ਕਾਹਲੀ ਛੇਤੀ ਕਰ ਜਾਂਦੇ ਜੀ। ਹਾਂਜੀ, ਰਜਾ ਵਿੱਚ ਨਹੀਂ ਰਹਿੰਦੇ, ਫਿਰ ਚੋਟਾਂ ਖਾਂਦੇ ਆ। ਕਾਹਲੀ ਕਰਨੀ ਜੀ ਹਰ ਕੰਮ 'ਚ। ਜੇ ਤੇ ਰਜਾ ਵਿੱਚ ਲਈਏ ਫਿਰ ਜ਼ਿਆਦਾ ਭਲਾ ਜੀ। ਮਹਾਰਾਜ ਕਹਿਣ ਲੱਗੇ ਰਜਾ ਵਿੱਚ ਰਵੋ, ਕਾਹਲੀ ਨਾ ਕਰੋ। ਜਿਉਂ ਜਿਉਂ ਹੋਏ ਤਿਉਂ ਤਿਉਂ ਕਰੋ ਸਿਮਰੋ ਸੁਖਦਾਈ। ਜਿਵੇਂ ਜਿਵੇਂ ਵਾਹਿਗੁਰੂ ਕਰੇਗਾ ਉਵੇਂ ਉਵੇਂ ਤੁਸੀਂ ਵੀ ਕਰੀ ਜਾਇਓ। ਕਾਹਲੀ ਕਿਉਂ ਕਰਦੇ ਹੋ? ਕਿਉਂਕਿ ਗੁਰਸਿੱਖ ਕਹਿਣ ਲੱਗ ਪਏ ਨਾ ਹੁਕਮ, ਹੁਣੇ ਹੁਕਮ ਕਰੋ। ਮਹਾਰਾਜ ਫੜ ਕੇ ਲਿਆ ਕੇ ਫਤਿਹ ਸ਼ਾਹ ਨੂੰ ਤੁਹਾਡੇ ਚਰਨਾਂ 'ਚ ਪਾਉਣਾ। ਮਹਾਰਾਜ ਕਹਿਣ ਲੱਗੇ ਤੁਸੀਂ ਨਾਮ ਜਪੋ। ਆਖੋ ਵਾਹਿਗੁਰੂ ਵਾਹਿਗੁਰੂ। ਬਸ ਇਹਦੇ ਤੋਂ ਨਹੀਂ ਟੁੱਟਣਾ ਜੀ। ਜਿਉਂ ਜਿਉਂ ਹੋਏ ਤਿਉਂ ਤਿਉਂ ਕਰੋ ਸਿਮਰੋ ਸੁਖਦਾਈ। ਸੁੱਖ ਦੇਣ ਵਾਲੇ ਵਾਹਿਗੁਰੂ ਨੂੰ ਚੇਤੇ ਕਰੋ, ਨਾਮ ਜਪੋ। ਜਿਵੇਂ ਜਿਵੇਂ ਹੋਣਾ ਤੁਸੀਂ ਕਰੀ ਜਾਣਾ। ਕਹਿਣ ਲੱਗੇ ਜਦੋਂ ਬੰਦਾ ਨਾਮ ਜਪਦਾ ਹੈ ਨਾ ਫਿਰ ਉਹਦੇ 'ਚ ਸਹਿਜ ਆ ਜਾਂਦਾ। ਸਾਧ ਸੰਗਤ ਜੀ, ਤੁਸੀਂ ਵੇਖਿਓ ਨਾਮ ਜਪਣ ਵਾਲਾ ਕਾਹਲਾ ਨਹੀਂ ਹੋਏਗਾ, ਤੇ ਜਿਹੜਾ ਕਾਹਲਾ ਹੋਏਗਾ ਉਹ ਨਾਮ ਨਹੀਂ ਜਪਦਾ ਹੋਏਗਾ ਜੀ। ਰਟਨ ਭਾਵੇਂ ਕਰਦਾ ਹੋਵੇ, ਹਿਰਦੇ ਤੋਂ ਨਹੀਂ ਜਪਦਾ ਹੋਏਗਾ ਜੀ। ਮਹਾਰਾਜ ਕਹਿੰਦੇ ਸਹਿਜੇ ਸਹਿਜੇ। ਹਾਂਜੀ। ਕਹਾਂ ਬਾਤ ਇਸ ਦੇਸ਼ ਕੀ ਜੋ ਚਾਹਤ ਲੀਨਾ। ਤੁਸੀਂ ਇਸ ਦੇਸ਼ ਉੱਤੇ ਰਾਜ ਕਰਨਾ ਚਾਹੁੰਦੇ ਹੋ। ਇਸ ਦੇਸ਼ ਦੀ ਕਾਹਦੀ ਗੱਲ ਹੈ? ਮਹਾਰਾਜ ਕਹਿਣ ਲੱਗੇ ਹਾਂਜੀ। ਧਰਾ ਰਾਜ ਲੈ ਦੇ ਹਾਂ ਭੋਗੋ ਸੁਖ ਪੀਨਾ। ਵਾਹ ਵਾਹ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਗੁਰਸਿੱਖੋ ਇਸ ਦੇਸ਼ ਦੀ ਗੱਲ ਛੱਡੋ, ਤੁਹਾਨੂੰ ਤਾਂ ਪੂਰੀ ਧਰਤੀ ਦਾ ਰਾਜ ਦੇਵਾਂਗੇ। ਕਹਿਣ ਲੱਗੇ ਇੱਕ ਧਰਤੀ ਤੇ ਕਿੰਨੇ ਦੇਸ਼ ਆ ਗਏ ਸਾਧ ਸੰਗਤ। ਹੁਣ ਵੇਖੋ ਅੱਜ ਕੈਨੇਡਾ ਵਿੱਚ ਵੀ ਸੁਰੱਖਿਆ ਮੰਤਰੀ ਜਿਹੜੇ ਆ ਉਹ ਗੁਰੂ ਕੇ ਸਿੱਖ ਲੱਗੇ ਹੋਏ ਨੇ ਜੀ। ਕਿਤੇ ਛੋਟੀ ਗੱਲ ਹੈ ਜੀ। ਕੈਨੇਡਾ ਵਰਗੇ ਦੇਸ਼ ਵਿੱਚ ਵੀ ਗੁਰੂ ਕੇ ਸਿੱਖ ਮੰਤਰੀ ਬਣੇ ਨੇ। ਰਾਜ ਹੀ ਹੈ, ਗੁਰੂ ਕੇ ਸਿੱਖ ਦਾ ਰਾਜ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਤੁਸੀਂ ਇੱਕ ਦੇਸ਼ ਦੀ ਗੱਲ ਕਰਦੇ ਹੋ, ਅਸੀਂ ਤੁਹਾਨੂੰ ਪ੍ਰਿਥਵੀ ਦੇ ਰਾਜੇ ਬਣਾਉਣਾ ਹੈ, ਅਸੀਂ ਤੁਹਾਨੂੰ ਬ੍ਰਹਮੰਡੀ ਰਾਜੇ ਬਣਾਉਣਾ। ਮਹਾਰਾਜ ਕਹਿਣ ਲੱਗੇ
ਕਿਲੇ ਕੋਟ ਕਾਇਮ ਕਰੈ ਦਲ ਵਧੈ ਵਿਸਾਲਾ। ਕਿਲੇ ਬਣਾਓ ਮਹਾਰਾਜ ਕਹਿੰਦੇ, ਕੁਝ ਸਮਾਂ ਕਿਲੇ ਬਣਾਓ, ਆਉਣ ਵਾਲੇ ਸਮੇਂ 'ਚ ਵੀ ਗੁਰਸਿੱਖ ਕਿਲੇ ਬਣਾਉਣਗੇ, ਬੜਾ ਵੱਡਾ ਰਾਜ ਪ੍ਰਤਾਪ ਵਧੇਗਾ। ਸਾਧ ਸੰਗਤ ਜੀ, ਫਿਰ ਗੱਲ ਬਣੀ ਨਹੀਂ ਸੀਗੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖ ਰਾਜ ਸਥਾਪਿਤ ਕੀਤਾ ਸੀਗਾ ਜੀ, ਜਿਹਨੂੰ ਹਲੇਮੀ ਰਾਜ ਕਿਹਾ ਗਿਆ ਜੀ। ਹਾਂਜੀ, ਜਹ ਜਹ ਮੇਰੇ ਦਾਸ ਵੱਡ ਫੈਲੈ ਜਗ ਸਾਰਾ। ਪਰ ਹੁਣ ਆਹ ਜਿਹੜਾ ਬਚਨ ਹੈ ਬਾਜਾਂ ਵਾਲੇ ਦਾ, ਇਹ ਅੱਜ ਤੇ ਢੁੱਕਦਾ ਹੈ। ਆਖੋ ਸ੍ਰੀ ਜਹ ਜਹ ਮੇਰੇ ਦਾਸ ਵੱਡ ਫੈਲੈ ਜਗ ਜਾਲਾ। ਮਹਾਰਾਜ ਕਹਿਣ ਲੱਗੇ, ਜਿੱਥੇ ਜਿੱਥੇ ਸਾਡੇ ਸਿੱਖ ਨੇ ਉੱਥੇ ਸਾਰੇ ਜਗਤ ਵਿੱਚ ਰਾਜ ਆਪੇ ਹੀ ਫੈਲ ਜਾਣਾ। ਕਹਿਣ ਲੱਗੇ ਤੇ ਗਏ ਨਹੀਂ ਗੁਰੂ ਕੇ ਸਿੱਖ, ਬੜੀ ਬੜੀ ਦੂਰ ਗਏ ਨੇ, ਬੜਾ ਬੜਾ ਮਹਾਰਾਜ ਜੀ ਦੇ ਨਿਸ਼ਾਨ ਸਭ ਝੁੱਲਦੇ ਆ। ਸਾਧ ਸੰਗਤ ਜੀ, ਦੇਸ਼ਾਂ ਵਿਦੇਸ਼ਾਂ ਵਿੱਚ ਖਾਲਸਾਈ ਨਿਸ਼ਾਨ ਝੁੱਲ ਰਹੇ ਆ। ਇਹ ਬਚਨ ਮਹਾਰਾਜ ਨੇ ਉਦੋਂ ਹੀ ਕਰ ਦਿੱਤੇ ਜੀ। ਹਾਂਜੀ, ਜੋ ਰਾਜਾ ਹੋਏ ਚੌਧਰੀ ਭਰ ਹੈ ਸਭ ਹਾਲਾ। ਮਹਾਰਾਜ ਕਹਿਣ ਲੱਗੇ, ਸਮਾਂ ਆਉਣਾ ਵੱਡੇ ਵੱਡੇ ਰਾਜੇ, ਵੱਡੇ ਵੱਡੇ ਚੌਧਰੀ, ਉਹ ਵੀ ਗੁਰਸਿੱਖਾਂ ਦਾ ਹਾਲਾ ਭਰਿਆ ਕਰਨਗੇ, ਗੁਰਸਿੱਖਾਂ ਨੂੰ ਹਾਲਾ ਭਰਿਆ ਕਰਨਗੇ। ਹਾਂਜੀ, ਵਧ ਹੈ ਪ੍ਰਤਾਪ ਬਿਲੰਦ ਹੀ ਐ ਹੈ ਜਬ ਕਾਲਾ। ਮਹਾਰਾਜ ਕਹਿਣ ਲੱਗੇ, ਬਸ ਸਮੇਂ ਨੂੰ ਉਡੀਕੋ, ਜਦੋਂ ਸਮਾਂ ਆਏਗਾ ਬੜਾ ਵੱਡਾ ਰਾਜ ਮਿਲੇਗਾ। ਕਹਿਣ ਲੱਗੇ, ਬਹੁਤ ਵੱਡਾ ਤੇਜ ਪ੍ਰਤਾਪ ਹੋ ਜਾਏਗਾ। ਸਾਚੇ ਸਾਹਿਬ ਕੇ ਤੁਮ ਹੈ ਦੈ ਹੋ ਲਰ ਲਾਏ। ਹਾਂ, ਆਹ ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਖਾਲਸਾ ਜੀ, ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ, ਸਾਚੇ ਸਾਹਿਬ ਕੇ ਤੁਮਹਿ ਦੈ ਹੋ ਲਰ ਲਾਏ। ਗੁਰਸਿੱਖੋ, ਅਸੀਂ ਤੁਹਾਨੂੰ ਸੱਚੇ ਸਾਹਿਬ ਦੇ ਲੜ ਲਾ ਕੇ ਚੱਲੇ। ਵਾਹਿਗੁਰੂ ਸੱਚੇ ਸਾਹਿਬ ਦੇ ਲੜ ਲਾਉਣਾ ਹੈ। ਮਹਾਰਾਜ ਜੀ ਦੀ ਫਿਰ ਬਾਣੀ ਹੈ ਨਾ, ਕਿਹਦੇ ਲੜਦਾ ਆ? ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾਮ। ਗੁਰੂ ਕਾ ਸਿੱਖ ਜਾਗਤ ਜੋਤ ਨੂੰ ਜਪੇ ਜੀ, ਉਹ ਜੋਤ ਜਿਹੜੀ ਸਦਾ ਹੀ ਜਗਣੀ ਹੈ, ਜਿਸ ਜੋਤ ਨੇ ਕਦੀ ਬੁੱਝਣਾ ਨਹੀਂ। ਖਾਲਸਾ ਜੀ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਧਾਰਨਾ ਪੜ੍ਹਦੇ ਹੁੰਦੇ ਸੀ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ। ਜਾਗਦੀ ਜੋਤ ਕੌਣ ਹੈ? ਪਰਮੇਸ਼ਰ ਹੈ। ਸਾਧ ਸੰਗਤ ਜੀ, ਪਰਮੇਸ਼ਰ ਹੈ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਤੁਹਾਨੂੰ ਸੱਚੇ ਸਾਹਿਬ ਦੇ ਲੜ ਲਾ ਕੇ ਚੱਲੇ। ਆਖੋ ਵਾਹਿਗੁਰੂ। ਇਹ ਵੱਡੀ ਗੱਲ ਹੈ। ਸਤਿਗੁਰੂ ਨੇ ਇਹ ਨਹੀਂ ਕਿਹਾ ਮੇਰੇ ਤੇ ਭਰੋਸਾ ਰੱਖੋ, ਮੇਰੇ ਲੜ ਲੱਗੋ। ਨਹੀਂ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਕਿਹਾ, ਤੁਹਾਨੂੰ ਵਾਹਿਗੁਰੂ ਦੇ ਲੜ ਲਾ ਕੇ ਜਾਣਾ, ਵਾਹਿਗੁਰੂ ਦੇ ਲੜ ਲਾ ਕੇ ਜਾਣਾ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸਾਨੂੰ ਵਾਹਿਗੁਰੂ ਦੇ ਚਰਨਾਂ ਦੀ ਓਟ ਦੇ ਦਿੱਤੀ ਜੀ। ਹਾਂਜੀ, ਸਦਾ ਸਹਾਇਕ ਹੋਏਂਗੇ ਸਿਮਰੋ ਸਚ ਨਾਏ। ਮਹਾਰਾਜ ਕਹਿਣ ਲੱਗੇ, ਉਹ ਵਾਹਿਗੁਰੂ ਤੁਹਾਡੀ ਸਦਾ ਹੀ ਰਾਖੀ ਕਰਨਗੇ। ਪਰਮੇਸ਼ਰ ਜੀ ਸਦਾ ਤੁਹਾਡੀ ਸਹਾਇਤਾ ਕਰਨਗੇ, ਪਰ ਤੁਸੀਂ ਉਹਦਾ ਨਾਮ ਸਿਮਰਿਆ ਕਰੋ, ਉਹਨੂੰ ਚੇਤੇ ਕਰਿਆ ਕਰੋ। ਹਾਂਜੀ, ਹਲਤ ਬਿਖੈ ਜਗ ਰਾਜ ਲਿਹੋ ਰਹਿਨੀ ਨਿਤ ਰਾਖੋ। ਹਾਂ, ਹੁਣ ਇਹ ਗੱਲਾਂ ਬੜੀਆਂ ਵੱਡੀਆਂ ਨੇ, ਅਸੀਂ ਬੜੇ ਛੋਟੇ ਹਾਂ, ਇਸ ਕਰਕੇ ਸਾਧ ਸੰਗਤ ਜੀ ਇਹ ਗੱਲਾਂ ਸਾਡੇ ਕੋਲ ਪੂਰੀਆਂ ਨਹੀਂ ਨਿਭਦੀਆਂ। ਮਹਾਰਾਜ ਕਹਿੰਦੇ, ਗੁਰਸਿੱਖੋ ਤੁਸੀਂ ਆ ਪਹਾੜਾਂ ਦਾ ਰਾਜ ਮੰਗ ਰਹੇ ਹੋ, ਪਹਾੜਾਂ ਦਾ। ਇਸ ਦੁਨੀਆ ਵਿੱਚ ਜਿੰਨਾ ਜਗਤ ਦਾ ਪਸਾਰਾ ਹੈ ਨਾ, ਸਾਰੇ ਪਸਾਰੇ ਦਾ ਰਾਜਾ ਤੁਹਾਨੂੰ ਬਣਾਉਣਾ। ਕਹਿਣ ਲੱਗੇ, ਪਰ ਕਿਵੇਂ? ਹੁਣ ਆਹ ਗੱਲ ਤੇ ਬੜੀ ਸੁਣ ਕੇ ਸਾਰੇ ਖੁਸ਼ ਹੁੰਦੇ ਆ ਵੀ ਮਹਾਰਾਜ ਨੇ ਤੇ ਸਾਨੂੰ ਰਾਜੇ ਬਣਾਉਣਾ ਜੀ। ਹਾਲਤ ਵਿਖੈ ਜਗ ਰਾਜ ਲਿਹੋ, ਲੈ ਲਓ ਰਾਜ। ਕਹਿਣ ਲੱਗੇ, ਪਰ
ਰਹਿਣੀ ਨਿਤ ਰੱਖੋ। ਮਹਾਰਾਜ ਕਹਿੰਦੇ ਗੁਰਸਿੱਖੋ ਰਹਿਣੀ ਵਿੱਚ ਵੀ ਪੱਕੇ ਰਹੋ। ਰਹਿਣੀ ਕੀ ਹੈ? 5 ਬਾਣੀਆਂ, ਸੋਧਰ, ਸੋਹਿਲਾ, ਗੁਰੂ ਕੀਆਂ ਬਖਸ਼ੀਆਂ ਮਰਿਆਦਾਵਾਂ, ਇਹ ਰਹਿਣੀ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ। ਜਿਹੜਾ ਰਹਿਤ ਰੱਖਦਾ ਹੈ ਨਾ, ਗੁਰੂ ਸਾਹਿਬ ਕਹਿੰਦੇ ਮੈਂ ਉਹਦਾ ਚੇਲਾ, ਉਹ ਮੇਰਾ ਗੁਰੂ ਹੈ। ਉਹ ਸਾਹਿਬ ਮੈਂ ਉਸਕਾ ਚੇਲਾ। ਮੈਂ ਉਸਕਾ ਚੇਲਾ। ਕਿੰਨੀ ਵੱਡੀ ਵਡਿਆਈ ਬਖਸ਼ੀ ਜੀ। ਹਾਂਜੀ। ਗੁਰਮੁਖ ਧਰਮ ਨਾ ਸ਼ੋਰੀਐ ਹੈ, ਉਰਮਹਿ ਅਬਿਲਾਖੋ। ਕੁਝ ਗੱਲਾਂ ਨੂੰ ਪੱਕਿਆਂ ਕਰੋ, ਮਹਾਰਾਜ ਕਹਿਣ ਲੱਗੇ। ਅੱਜ ਵੀ ਬੜਾ ਰੌਲਾ ਸਾਡੀ ਪੰਥ ਵਿੱਚ, ਕੌਮ ਵਿੱਚ, ਰਾਜ ਲੈਣਾ, ਰਾਜ ਲੈਣਾ, ਰਾਜ ਲੈਣਾ। ਅੱਜ ਰਾਜ ਲੈਣ ਦਾ ਤਰੀਕਾ ਜਿਹੜਾ ਗੁਰੂ ਜੀ ਪਹਿਲਾਂ ਦੱਸ ਗਏ ਜੀ। ਗੁਰਮੁਖ ਧਰਮ ਨਾ ਛੋੜੀਐ। ਗੁਰਮੁਖਾਂ ਵਾਲੇ ਕੰਮ ਨਹੀਂ ਛੱਡਣੇ, ਮਹਾਰਾਜ ਕਹਿਣ ਲੱਗੇ। ਔਰ ਮੈਂ ਅਭਿਲਖ ਹੋ, ਜੇ ਤੁਸੀਂ ਚਾਹੁੰਦੇ ਹੋ ਸਾਰੀ ਧਰਤੀ ਤੇ ਰਾਜ ਕਰੀਏ ਤੇ ਗੁਰਮੁਖਾਂ ਵਾਲੀ ਰਹਿਣੀ ਹੋਵੇ। ਅੱਜ ਇੱਕ ਤਾਂ ਪੜ੍ਹਾਈ ਸੰਸਾਰੀ ਤੇ ਦੂਜੀ ਬਾਣੀ ਦੀ ਪੜ੍ਹਾਈ ਦੀ, ਇਹ ਦੋਵੇਂ ਬੜੀਆਂ ਜ਼ਰੂਰੀ ਹਨ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਬੱਚਿਆਂ ਕੋਲ ਸੰਸਾਰੀ ਪੜ੍ਹਾਈ ਵੀ ਪੂਰੀ ਹੋਵੇ, ਗੁਰੂ ਕੇ ਸਿੱਖ ਜੱਜ ਬਣੇ ਹੋਣ, ਸਾਧ ਸੰਗਤ ਜੀ, ਉਹ ਪਾਇਲਟ ਹੋਣ, ਉਹ ਮੰਤਰੀ ਹੋਣ, ਵੱਡੀ ਤੋਂ ਵੱਡੀ ਪਦਵੀ ਤੇ ਗੁਰੂ ਕੇ ਸਿੱਖ ਬੈਠੇ ਹੋਣ ਜੀ, ਆਪੇ ਰਾਜ ਹੋ ਗਿਆ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਆਪੇ ਰਾਜ ਹੋ ਗਿਆ ਜੀ। ਮਹਾਰਾਜ ਕਹਿਣ ਲੱਗੇ ਗੁਰਮੁਖ ਧਰਮ ਨਾ ਛੋੜੀਏ। ਬੰਦਾ ਕੀ ਕਰਦਾ ਹੈ? ਰਾਜ ਤਾਂ ਲੈਣਾ, ਪਰ ਕਾਹਲ ਕਰਕੇ ਗੁਰਮੁਖਾਂ ਵਾਲੇ ਕੰਮ ਛੱਡ ਦਿੰਦੇ ਆ ਜੀ। ਗੁਰਮੁਖ ਦੀ ਵਿਆਖਿਆ ਬੜੀ ਵੱਡੀ ਹੈ, ਪਰ ਛੋਟੇ ਜਿਹੇ ਅਰਥ ਬੇਨਤੀ ਕਰ ਦਿੰਦਾ। ਗੁਰਮੁਖ ਉਹ ਸਿੱਖ ਜਿਹਦਾ ਮੁਖ ਸਦਾ ਗੁਰੂ ਵੱਲ ਰਵੇ ਜੀ। ਮੈਂ ਇੱਕ ਨਿੱਕੀ ਜਿਹੀ ਉਦਾਹਰਣ ਤੁਹਾਨੂੰ ਬੇਨਤੀ ਕਰ ਦਿੰਦਾ। ਆਨੰਦਪੁਰ ਸਾਹਿਬ ਦੀਆਂ ਜੰਗਾਂ ਵਿੱਚ ਸਾਧ ਸੰਗਤ ਜੀ, ਇੱਕ ਜੰਗ ਐਸੀ ਹੈ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਵੀ ਸ਼ਾਮਲ ਹੋਏ ਸਨ। ਮਹਾਰਾਜ ਸੱਚੇ ਪਾਤਸ਼ਾਹ ਉਸ ਜੰਗ ਵਿੱਚ ਸ਼ਾਮਲ ਸਨ ਤੇ ਫੌਜਾਂ ਜਿਹੜੀਆਂ ਸੀ ਉਹ ਵਾਪਸ ਭੱਜ ਰਹੀਆਂ ਸੀ। ਗੁਰੂ ਸਾਹਿਬ ਵਾਪਸ ਆਉਣ ਲੱਗ ਪਏ। ਸਿੱਖਾਂ ਨੂੰ ਇਹ ਸੀ ਵੀ ਹੁਣ ਸਾਡੀ ਜੰਗ 'ਚ ਜਿੱਤ ਹੋਣੀ ਸ਼ੁਰੂ ਹੋ ਗਈ ਹੈ। ਸਿੰਘਾਂ ਨੂੰ ਇਹ ਸੀ ਵੀ ਅਸੀਂ ਜੰਗ ਵਿੱਚ ਜਿੱਤਣਾ ਸ਼ੁਰੂ ਹੋ ਗਏ, ਜੰਗ ਜਿੱਤ ਗਏ। ਥੋੜਾ ਜਿਹਾ ਧਰਮ ਛੱਡਤਾ ਜੀ ਉਹਨਾਂ ਨੇ। ਮਹਾਰਾਜ ਵਾਪਸ ਆ ਗਏ। ਸਾਧ ਸੰਗਤ ਉਹਨਾਂ ਜੰਗ ਕਰਨੀ ਜਾਰੀ ਰੱਖੀ, ਭੱਜਦਿਆਂ ਤੇ ਵਾਰ ਕਰਨੇ ਸ਼ੁਰੂ ਕੀਤੇ। ਗੁਰੂ ਸਾਹਿਬ ਵੇਖ ਕੇ ਵਾਪਸ ਜਦੋਂ ਆਏ ਨਾ ਜੀ, ਉਸੇ ਵੇਲੇ ਹੀ ਖਾਲਸਾ ਹਾਰਨ ਲੱਗ ਪਿਆ ਜੀ। ਮਹਾਰਾਜ ਨੇ ਪਿੱਠ ਕਰ ਲਈ, ਖਾਲਸਾ ਹਾਰਨ ਲੱਗ ਪਿਆ। ਸਿਆਣੇ ਗੁਰਸਿੱਖਾਂ ਨੇ ਵਿਚਾਰ ਕੀਤੀ, ਉਹ ਭਾਈ ਗੁਰੂ ਗੋਬਿੰਦ ਸਿੰਘ ਜੀ ਤੁਰ ਪਏ ਆ, ਸਾਡੇ ਵੱਲ ਪਿੱਠ ਹੋ ਗਈ ਹੈ, ਹੁਣ ਜਿੱਤੇ ਵੀ ਆਪਾਂ ਹਾਰ ਜਾਵਾਂਗੇ, ਪਹਿਲਾਂ ਗੁਰੂ ਜੀ ਨੂੰ ਬਣਾ ਲਈਏ। ਐਂਟੀ ਪਾਰਟੀ ਫੌਜਾਂ ਜਿਹੜੀਆਂ ਉਹ ਸਿੱਖਾਂ ਤੇ ਭਾਰੂ ਹੋ ਗਈਆਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਸਿੱਖ ਆਵਾਜ਼ਾਂ ਮਾਰਦੇ, ਹੁਣ ਸਤਿਗੁਰੂ ਨਹੀਂ ਰੁਕਦੇ। ਮਹਾਰਾਜ ਕਹਿੰਦੇ ਕਰੋ ਮਰਜ਼ੀ। ਪਰ ਗੁਰੂ ਕੇ ਸਿੱਖਾਂ ਨੇ ਫਿਰ ਸਤਿਗੁਰਾਂ ਦੇ ਘੋੜੇ ਨੂੰ ਸਤਿਗੁਰਾਂ ਦਾ ਵਾਸਤਾ ਪਾਇਆ। ਕਹਿੰਦੇ ਨੀਲਿਆ, ਤੈਨੂੰ ਸਤਿਗੁਰੂ ਦਾ ਵਾਸਤਾ, ਅੱਗੇ ਨਾ ਵਧੀ। ਨੀਲਿਆ, ਤੈਨੂੰ ਮਹਾਰਾਜ ਦਾ ਵਾਸਤਾ ਹੀ, ਅੱਗੇ ਨਾ ਵਧੀ। ਨੀਲਾ ਕਿਵੇਂ ਅੱਗੇ ਵੱਧ ਸਕਦਾ ਹੈ? ਘੋੜੇ ਦਾ ਰੰਗ ਨੀਲਾ ਨਹੀਂ ਸੀ, ਘੋੜੇ ਦਾ ਨਾਮ ਨੀਲਾ ਸੀਗਾ। ਸਾਧ ਸੰਗਤ ਜੀ, ਨੀਲਾ ਕਿਵੇਂ ਅੱਗੇ ਵੱਧ ਸਕਦਾ ਸੀ? ਜਦੋਂ ਗੁਰਸਿੱਖਾਂ ਨੇ ਹੱਥ ਜੋੜੇ, ਨੀਲਾ ਰੁਕ ਗਿਆ। ਗੁਰਸਿੱਖ ਕਹਿੰਦੇ ਮਹਾਰਾਜ ਸੱਚ ਹੈ, ਤੁਹਾਡੇ ਤੋਂ ਬਗੈਰ
ਜਿੱਤੀਆਂ ਹੋਈਆਂ ਜੰਗਾਂ ਵੀ ਹਾਰ ਜਾਵਾਂਗੇ। ਆਖੋ ਵਾਹਿਗੁਰੂ। ਆਪ ਜੀ ਤੋਂ ਬਗੈਰ ਜਿੱਤੀ ਹੋਈ ਜੰਗ ਵੀ ਹਾਰ ਜਾਵਾਂਗੇ। ਕਿਰਪਾ ਕਰੋ। ਫਿਰ ਸਤਿਗੁਰੂ ਜੀ ਪਿੱਛੇ ਨੂੰ ਹੋਏ, ਫਿਰ ਸਾਧ ਸੰਗਤ ਦੀ ਫੌਜਾਂ ਭੱਜੀਆਂ ਉਹਨਾਂ ਦੀਆਂ ਨੇ। ਗੁਰਮੁਖ ਉਹ ਸਿੱਖ ਜਿਹਦਾ ਮੁਖ ਸਤਿਗੁਰੂ ਜੀ ਵੱਲ ਹੈ। ਉਂਝ ਇਹਨਾਂ ਸ਼ਬਦਾਂ ਦੀ ਬੜੀ ਵੱਡੀ ਵਿਆਖਿਆ 'ਚ ਗੁਰਮੁਖ, ਸਨਮੁਖ, ਮਨਮੁਖ, ਇਹਨਾਂ ਦੀ ਬੜੀ ਵੱਡੀ ਵਿਆਖਿਆ ਹੈ। ਸਦਾ ਆਪਾਂ ਗੁਰੂ ਸਾਹਿਬ ਵੱਲ ਮੁਖ ਕਰਕੇ ਕਿਵੇਂ ਰਹਿ ਸਕਦੇ ਹਾਂ? ਪਿੱਠ ਸਰੀਰ, ਇੱਥੇ ਗੱਲ ਸਰੀਰ ਦੀ ਨਹੀਂ ਹੋਈ ਜੀ, ਇੱਥੇ ਗੱਲ ਮਨ ਦੀ ਹੋਈ ਹੈ। ਆਪਾਂ ਘਰ ਵਿੱਚ ਵੀ ਬੈਠੇ ਹਾਂ, ਪਰ ਸਾਧ ਸੰਗਤ ਜੀ ਜਦੋਂ ਵਿਪਰਨ ਕੀ ਬਰੀਤ ਅੰਦਰ ਚੱਲਦੀ ਹੈ ਨਾ, ਆਪਾਂ ਗੁਰਮੁਖ ਨਹੀਂ ਰਹਿੰਦੇ। ਜਦੋਂ ਮਨ ਆਈ ਕਰਦੇ ਆ ਫਿਰ ਮਨਮੁਖ ਬਣ ਜਾਂਦੇ ਆ। ਇੱਕ ਥਾਂ ਤੇ ਬਾਣੀ 'ਚ ਪੰਕਤੀ ਆਉਂਦੀ, ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਤੇ ਉੱਤਰ ਵੀ ਆਇਆ ਬਾਣੀ 'ਚ, ਗੁਰੂ ਗ੍ਰੰਥ ਸਾਹਿਬ 'ਚ, ਗੁਰਮੁਖ ਸੁਖੀਆ ਮਨਮੁਖ ਦੁਖੀਆ। ਕੌਣ ਸੋ ਸਨਮੁਖ ਕੌਣ ਸੋ ਵੇਮੁਖ, ਤੇ ਮਹਾਰਾਜ ਦੱਸਦੇ ਗੁਰਮੁਖ ਸਨਮੁਖ ਮਨਮੁਖ ਵੇਮੁਖ। ਤੇ ਰੋਜ਼ ਆਪਾਂ ਆਨੰਦ ਸਾਹਿਬ ਜੀ ਦੇ ਵਿੱਚ ਪਾਠ ਕਰਦੇ ਹਾਂ, ਤੇ ਮਹਾਰਾਜ ਬਾਣੀ ਵਿੱਚ ਗੁਰਮੁਖ ਵਾਹਿਗੁਰੂ ਸਨਮੁਖ ਤੇ ਮਨਮੁਖ ਸ਼ਬਦ ਦੱਸਦੇ ਜੀ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਆਂ ਹੋ ਰਹਿ ਗੁਰ ਨਾਲੇ। ਜੀ ਤੋਂ ਗੁਰੂ ਸਾਹਿਬ ਦੇ ਨਾਲ ਰਹਿਣਾ। ਦਫ਼ਤਰ 'ਚ ਬੈਠੇ ਆ, ਅਸੀਂ ਸਤਿਗੁਰੂ ਜੀ ਦੇ ਨਾਲ ਰਹਿ ਸਕਦੇ ਹਾਂ। ਦੁਕਾਨ ਤੇ ਬੈਠੇ ਆ, ਅਸੀਂ ਗੁਰੂ ਸਾਹਿਬ ਦੇ ਨਾਲ ਰਹਿ ਸਕਦੇ ਹਾਂ। ਬੀਬੀਆਂ ਘਰਾਂ 'ਚ ਕੰਮ ਕਰ ਰਹੀਆਂ ਨੇ, ਉਹ ਗੁਰਮੁਖ ਬਣ ਸਕਦੀਆਂ, ਉਹ ਗੁਰੂ ਸਾਹਿਬ ਦੇ ਨਾਲ ਰਹਿ ਸਕਦੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਧਰਮ ਨਾ ਛੋਡੀਐ। ਸਿੱਖੋ, ਇੱਕ ਗੁਰਮੁਖ ਵਾਲਾ ਧਰਮ ਨਾ ਛੱਡਿਓ ਜੇ ਸਾਰੀ ਧਰਤੀ ਤੇ ਰਾਜ ਚਾਹੁੰਦੇ ਹੋ। ਆਖੋ ਸ੍ਰੀ ਵਾਹਿਗੁਰੂ। ਇੱਕ ਥਾਂ ਤੇ ਗੁਰੂ ਅਮਰਦਾਸ ਜੀ ਕਹਿੰਦੇ, ਹਸਤੀ ਸਿਰ ਦਿਓ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਭੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ। ਸਭ ਰਾਜ ਸ੍ਰਿਸ਼ਟ ਕਾ ਲੈ। ਸਾਰੀ ਧਰਤੀ ਤੇ ਰਾਜ ਕਰਨ ਦੀ ਗੱਲ ਕੇਵਲ 10ਵੇਂ ਪਾਤਸ਼ਾਹ ਥੋੜੀ ਕਰ ਰਹੇ ਆ, ਤੀਸਰੇ ਪਾਤਸ਼ਾਹ ਵੀ ਕਰ ਰਹੇ ਆ। ਇਉ ਗੁਰਮੁਖ ਆਪ ਨਿਵਾਰੀਐ, ਇਉ ਗੁਰਮੁਖ ਆਪ ਨਿਵਾਰੀਐ, ਇਉ ਗੁਰਮੁਖ ਆਪ ਨਿਵਾਰੀਐ, ਇਉ ਗੁਰਮੁਖ ਆਪ ਨਿਵਾਰੀਐ। ਸਭ ਰਾਜ ਸ੍ਰਿਸ਼ਟ ਕਾਲੇ, ਸਭ ਰਾਜ ਸ੍ਰਿਸ਼ਟ ਕਾਲੇ, ਸਭ ਰਾਜ ਸ੍ਰਿਸ਼ਟ ਕਾਲੇ, ਸਭ ਰਾਜ ਸ੍ਰਿਸ਼ਟ ਕਾਲੇ। ਪਰ ਕਿਵੇਂ ਆਪ ਨਿਵਾਰਨਾ? ਉਹ ਮਹਾਰਾਜ ਦੱਸਦੇ, ਹਸਤੀ ਸਿਰ ਜਿਉਂ, ਉੱਤੇ ਜਿਉਂ ਹੈ, ਹੇਠਾਂ ਇਉਂ ਹੈ। ਇਹਨਾਂ ਸ਼ਬਦਾਂ ਦਾ ਮੇਲ ਹੈ। ਡੀਪਲੀ ਧਿਆਨ ਨਾਲ ਵਿਚਾਰਿਆ ਕਰੋ। ਹਸਤੀ ਸਿਰ ਜਿਉਂ ਅੰਕਸ ਹੈ, ਹਾਥੀ ਦੇ ਸਿਰ ਤੇ ਕੁੰਡਾ। ਸਾਧ ਸੰਗਤ ਜੀ, ਅਹਰਣ ਜਿਉਂ ਸਿਰ ਦੇ, ਉਹ ਅਹਰਣ ਵਾਂਗੂ ਆਪਣਾ ਸਿਰ ਉਹਨੇ ਅੱਗੇ ਕੀਤਾ, ਫਿਰ ਜਿਉਂ ਆਇਆ ਜੀ। ਅਹਰਣ ਜਿਉਂ ਸਿਰ ਦੇ, ਜਿਵੇਂ ਅਹਰਣ ਹੁੰਦੀ ਹੈ ਨਾ, ਅਹਰਣ ਵਾਂਗੂ ਹਾਥੀ ਨੇ ਆਪਣਾ ਸਿਰ ਦਿੱਤਾ। ਅਹਰਣ ਲੋਹੇ ਦਾ ਟੁਕੜਾ ਹੁੰਦਾ ਜੀ, ਉਹਦੇ ਤੇ ਵਾਰ ਹੁੰਦੇ ਜੀ ਬਾਰ-ਬਾਰ। ਹਾਥੀ ਇੱਧਰ ਜਾਣਾ ਚਾਹੁੰਦਾ, ਉਹਦੇ ਉੱਤੇ ਮਹਾਵਤ ਬੈਠਾ, ਉਹਦੇ ਹੱਥ 'ਚ ਕੁੰਡਾ ਹੈ, ਉਹ ਕੁੰਡਾ ਚੋਬਦਾ, ਦੂਜੇ ਬੰਨੇ ਤੋਰ ਦਿੰਦਾ ਜੀ। ਹਾਥੀ ਦੀ ਮਰਜ਼ੀ ਮੁੱਕ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਹਾਥੀ ਦੀ ਮਰਜ਼ੀ ਮੁੱਕ ਜਾਂਦੀ, ਖਤਮ ਹੋ ਜਾਂਦੀ। ਮਹਾਰਾਜ ਕਹਿੰਦੇ, ਹਸਤੀ
ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ। ਹਾਥੀ ਦੀ ਕੋਈ ਮਰਜ਼ੀ ਨਹੀਂ, ਮਰਜ਼ੀ ਮਹਾਵਤ ਦੀ ਹੁੰਦੀ ਹੈ। ਜਿੱਧਰ ਤੋਰਨਾ ਚਾਵੇ ਉਧਰ ਤੁਰਦਾ ਹੈ। ਸਤਿਗੁਰੂ ਕਹਿੰਦੇ ਆ ਇਸੇ ਤਰ੍ਹਾਂ ਮਨ ਤਨ ਆਗੈ ਰਾਖ ਕੈ, ਊਬੀ ਸੇਵ ਕਰੇ। ਸਿਖਾ ਉਹ ਗੁਰਮੁਖਾ, ਆਪਣਾ ਮਨ ਵੀ ਅੱਗੇ ਰੱਖ ਦੇ, ਆਪਣਾ ਸਰੀਰ ਵੀ ਅੱਗੇ ਰੱਖ ਦੇ, ਊਬੀ ਸੇਵ ਕਰ, ਭਾਵ ਗਾਖੜੀ ਸੇਵਾ ਕਰ। ਮਹਾਰਾਜ ਇਹਦੇ ਨਾਲ ਕੀ ਹੋਏਗਾ? ਗੁਰੂ ਅਮਰਦਾਸ ਜੀ ਕਹਿੰਦੇ ਇਹਦੇ ਨਾਲ ਆਪਾ ਦੂਰ ਹੋਏਗਾ। ਸਹਿਜੇ ਸਹਿਜੇ ਮਨ ਦੀ ਮਤ ਦੂਰ ਹੋਏਗੀ। ਹਾਥੀ ਦੀ ਮਨ ਦੀ ਮਤ ਥੋੜੀ ਹੁੰਦੀ ਜੀ ਫਿਰ ਦੀ। ਹਾਥੀ ਮਹਾਵਤ ਵਸ ਪੈ ਗਿਆ, ਬੰਦਾ ਗੁਰੂ ਵਸ ਪੈ ਜਾਵੇ ਜੀ। ਇਉਂ ਗੁਰਮੁਖ ਆਪ ਨਿਵਾਰੀਐ, ਫਿਰ ਕੀ ਹੁੰਦਾ? ਸਭ ਰਾਜ ਸ੍ਰਿਸ਼ਟ ਕਾਲੇ, ਫਿਰ ਸਾਰੀ ਧਰਤੀ ਦਾ ਰਾਜ। ਗੁਰਮੁਖ ਦੀ ਗੱਲ ਆਈ। ਮਹਾਰਾਜ ਕਹਿੰਦੇ ਹਲਤ ਬਿਖੈ ਜਗ ਰਾਜ ਲਿਹੋ, ਰਹਿਣੀ ਨਿਤ ਰਾਖੋ, ਗੁਰਮੁਖ ਧਰਮ ਨਾ ਛੋਡੀਐ। ਗੁਰਮੁਖਾਂ ਵਾਲਾ ਧਰਮ ਨਹੀਂ ਛੱਡਣਾ। ਗੁਰਮੁਖ ਕੌਣ ਹੈ? ਜਿਹਨੇ ਆਪਾ ਨਿਵਾਰ ਦਿੱਤਾ ਜੀ, ਜਿਹਦਾ ਮੁਖ ਸਤਿਗੁਰੂ ਜੀ ਵੱਲ ਹੋ ਗਿਆ ਜੀ। ਸੋ ਮਹਾਰਾਜ ਕਹਿਣ ਲੱਗੇ ਇਹ ਕੰਮ ਕਰਨਾ ਹੈ। ਪਲਤ ਬਿਖੈ ਰਛਿਆ ਕਰੋ, ਸੁਖ ਪਾਏ ਵਿਸ਼ੇਸ਼ਾ। ਉੱਪਰ ਹਲਤ ਦੀ ਗੱਲ ਕੀਤੀ, ਹੇਠਾਂ ਇੱਥੇ ਪਲਤ ਦੀ ਗੱਲ ਕਰ ਲਈ ਜੀ। ਹਾਲਤ ਵਿੱਚ ਰਾਜ ਮਿਲੇਗਾ ਜੇ ਗੁਰਮੁਖ ਬਣੋਗੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਗੁਰਸਿੱਖੋ, ਪਰਲੋਕ ਵਿੱਚ ਵੀ ਤੁਹਾਡੀ ਰੱਖਿਆ ਕਰਾਂਗਾ ਜੇ ਗੁਰਮੁਖ ਬਣੋਗੇ। ਜਮਾਂ ਦੇ ਵਸ ਨਹੀਂ ਪੈਂਦਾ ਗੁਰੂ ਕਾ ਸਿੱਖ। ਪਲਤ ਬਿਖੈ ਰੱਛਿਆ ਕਰੋ, ਸੁਖ ਪਾਏ ਵਿਸ਼ੇਸ਼ਾ। ਤੁਹਾਨੂੰ ਵਿਸ਼ੇਸ਼ ਸੁੱਖ ਮਿਲਣਗੇ, ਖਾਸ ਸਹੂਲਤਾਂ ਮਿਲਣਗੀਆਂ ਪਰਲੋਕ ਵਿੱਚ ਵੀ। ਹਾਂਜੀ, ਜਿਸ ਕਾਰਜ ਕੋ ਅਵਤਰਿਓ, ਸੋ ਕਰੋ ਅਛੇਛਾ। ਮਹਾਰਾਜ ਕਹਿੰਦੇ ਜਿਸ ਕਾਰਜ ਲਈ ਅਸੀਂ ਆਏ ਆ ਭਾਈ, ਅਸੀਂ ਉਹ ਕਾਰਜ ਕਰਨਾ ਹੀ ਕਰਨਾ ਹੈ। ਹਾਂਜੀ, ਸੁਨ ਸਤਿਗੁਰ ਕੇ ਵਾਕ ਕੋ, ਭਾਖੈ ਸਿੱਖ ਬੀਰਾ। ਹੁਣ ਗੁਰੂ ਕੇ ਸਿੱਖ ਜਿਹੜੇ ਕਹਿੰਦੇ ਹੁਣੇ ਹੀ ਆਖੋ ਫਤਿਹ ਸ਼ਾਹ ਨੂੰ ਧੂ ਕੇ ਲੈ ਆਉਂਦੇ ਆ। ਮਹਾਰਾਜ ਕਹਿੰਦੇ ਸਹਿਜੇ ਸਹਿਜੇ। ਜੋਸ਼ ਨੂੰ ਸਾਂਭਣਾ ਬੜਾ ਜ਼ਰੂਰੀ ਹੈ। ਨਿਤਨੇਮ ਕੀ ਕਰਦਾ? ਬਾਣੀ ਕੀ ਕਰਦੀ ਹੈ? ਉਹ ਜੋਸ਼ ਨੂੰ ਸਾਂਭ ਦਿੰਦੀ ਸਾਧ ਸੰਗਤ ਜੀ। ਮੈਨੂੰ ਇੱਕ ਗੁਰਮੁਖ ਪਿਆਰੇ ਸਿੱਖ ਨੇ, ਇੰਗਲੈਂਡ 'ਚ ਰਹਿੰਦੇ, ਭਾਈ ਸੁਖਬੀਰ ਸਿੰਘ, ਉਹਨਾਂ ਇੱਕ ਬਚਨ ਸੁਣਾਇਆ ਸੀ। ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਉਸ ਬਚਨ 'ਤੇ ਮੈਂ ਪਹਿਰਾ ਦੇ ਸਕਾਂ। ਉਹ ਕਹਿੰਦੇ ਵਿਸ਼ਾਲ ਸਿੰਘ ਜੀ, ਬਹੁਤ ਖੁਸ਼ ਹੋਵੋ, ਚੁੱਪ ਕਰਕੇ ਕਮਰੇ ਵਿੱਚ ਜਾ ਕੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਹੋ ਜਾਇਆ ਕਰੋ। ਬਹੁਤ ਦੁਖੀ ਹੋਵੋ, ਉਦੋਂ ਵੀ ਚੁੱਪ ਕਰਕੇ ਕਮਰੇ 'ਚ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਹੋ ਜਾਇਆ ਕਰੋ। ਦੁੱਖ ਤੇ ਸੁੱਖ ਨੂੰ ਕੇਵਲ ਨਾਮ ਰਾਹੀਂ ਜਰਿਆ ਜਾ ਸਕਦਾ ਹੈ। ਦੁੱਖ ਤੇ ਸੁੱਖ, ਸੁੱਖ ਵੀ ਨਹੀਂ ਜਰਿਆ ਜਾਂਦਾ। ਆਖੋ ਸਤਿਨਾਮ। ਸੁੱਖ ਵੀ ਨਹੀਂ ਜਰਿਆ ਜਾਂਦਾ ਬੰਦੇ। ਇਹ ਨਾਮ ਰਾਹੀਂ ਜਰੇ ਜਾਂਦੇ ਜੀ। ਮਹਾਰਾਜ ਨੇ ਉਹਨਾਂ ਨੂੰ ਬਚਨ ਸੁਣਾਏ, ਉਹਨਾਂ ਦੇ ਅੰਦਰ ਜਰਨ ਸ਼ਕਤੀ ਆਈ ਜੀ। ਹਾਂਜੀ, ਤੁਮ ਸਭ ਬਖਸ਼ਣ ਜੋਗ ਹੋ, ਹਮ ਦੇ ਸਭ ਧੀਰਾ। ਗੁਰਸਿੱਖ ਕਹਿੰਦੇ ਹਾਂ ਸੱਚੇ ਪਾਤਸ਼ਾਹ, ਮਹਾਰਾਜ ਤੁਸੀਂ ਬਖਸ਼ਣ ਵਾਲੇ ਹੋ। ਸਤਿਗੁਰੂ ਧੀਰਜ ਵੀ ਤੁਸਾਂ ਹੀ ਦੇਣਾ ਸਾਨੂੰ। ਹਾਂਜੀ, ਤਾਓ ਸੁਨੋ ਮਹਾਰਾਜ ਜੀ, ਜੇ ਦੁਰਗਨ ਜੀ ਕਾ। ਫਿਰ ਵੀ ਕਹਿੰਦੇ ਮਹਾਰਾਜ ਅੱਜ ਰਾਜੇ ਫਤਿਹ ਸ਼ਾਹ ਦਾ ਲਾਗੇ ਕਿਲਾ ਹੈ। ਸ਼ੀਨ ਲਿਹੋ ਇਨ ਸਬਨ ਕੋ, ਕਰ ਕਰ ਰਣਨੀਕਾ। ਮਹਾਰਾਜ ਲਾਗੇ ਲਾਗੇ ਹੋਰ ਰਾਜਿਆਂ ਦੇ ਕਿਲੇ ਐ, ਆਪਾਂ ਜੰਗ ਕਰਕੇ ਖੋਹ ਲੈਨੇ ਆ, ਕਿਲੇ ਹੀ ਖੋਹ ਲੈਨੇ ਇਹਨਾਂ ਦੇ। ਹਾਂਜੀ, ਕਾਇਮ ਕਰ ਸਭ ਹੂਨ ਕਉ, ਦਿੜ ਦੇਹੋ ਚਿਨਾਏ। ਐ ਪੱਕੀ ਚੜਵਾਈ ਕਰਵਾ ਲਵਾਂਗੇ, ਫਿਰ ਆਪ ਕਿਲਿਆਂ ਤੇ ਕਬਜ਼ਾ ਕਰ ਲਿਆਂਗੇ। ਦਲ ਆਗੈ ਨੈ ਅਰ ਸਕਹਿ, ਲੈ ਸ਼ੀਘਰ ਸੋ ਜਾਏ। ਤੇ ਇਹਨਾਂ ਦੀ ਫੌਜ ਫਿਰ ਆੜ ਹੀ ਨਹੀਂ ਸਕੇਗੀ ਮਹਾਰਾਜ। ਹਾਂਜੀ, ਸਨੇ ਸਨੇ ਪੁਨ ਆਏ ਕੋ, ਲੈ ਹੈ ਬਲ ਪਾਏ। ਮਹਾਰਾਜ ਸਹਿਜੇ ਸਹਿਜੇ
ਮਹਾਰਾਜ ਅਸੀਂ ਹੋਰ ਬਲ ਲੈ ਲਵਾਂਗੇ, ਧਾਰਨ ਕਰ ਲਾਂਗੇ। ਹਾਂਜੀ, ਹੁਕਮ ਦੇਨ ਕੀ ਦੇਰ ਇੱਕ, ਲੈ ਅਬੈ ਛੁਟਾਏ। ਬਸ ਇੱਕ ਵਾਰੀ ਹੁਕਮ ਕਰੋ, ਸਭ ਕੁਝ ਤਿਆਰ ਪਿਆ, ਹੁਣੇ ਹੀ ਸਭ ਕੁਝ ਮਹਾਰਾਜ ਖੋ ਲੈਣਾ ਅਸੀਂ ਇਹਨਾਂ ਦਾ। ਉਹ ਅਜੇ ਫਿਰ ਜਨਨ ਸ਼ਕਤੀ ਨਹੀਂ ਨਾ ਆ ਰਹੀ ਜੀ। ਆਖੋ ਜੀ ਵਾਹਿਗੁਰੂ। ਉਹ ਜਿਵੇਂ ਮਹਾਰਾਜ ਤੋਰਨਾ ਚਾਹੁੰਦੇ ਆ, ਕਈ ਫਿਰ ਵਿੱਚੋਂ ਆਪਣੀ ਮਰਜ਼ੀ ਨਾਲ ਵੀ ਤੁਰਦੇ ਆ ਜੀ। ਹਾਂਜੀ, ਸੁਨਤ ਵਿਚਾਰਿਓ ਸਤਿਗੁਰੂ ਰਣਜੀਤ ਬਿਸਾਲਾ, ਹਾਂਜੀ। ਟਿਕੈ ਨਹੀਂ ਇਨ ਪਾਮ ਕੋ ਅਬ ਲਰੈ ਕਰਾਲਾ। ਮਹਾਰਾਜ ਵਿਚਾਰਦੇ ਆ ਆਪਣੇ ਮਨ 'ਚ ਵੀ ਬਹੁਤੀ ਵੱਡੀ ਜੰਗ ਦੀ ਜਿੱਤ ਹੋਈ ਹੈ, ਹੁਣ ਇਹਨਾਂ ਦੇ ਪੈਰ ਟਿਕਣੇ ਨਹੀਂ। ਆਖੋ ਸ੍ਰੀ ਪੈਰ ਨਾ ਟਿਕੇ ਜ਼ਮੀਨ ਤੇ ਮੇਰਾ ਉੱਚਾ ਹੋ ਤੁਰਿਆ। ਹੁਣ ਮਹਾਰਾਜ ਕਹਿਣ ਲੱਗੇ ਇਹਨਾਂ ਨੇ ਨਹੀਂ ਟਿਕਣਾ ਹੁਣ। ਹਾਂਜੀ, ਦੁਰਗਨ ਕੋਨ ਹੈ ਸ਼ੋਰ ਹੈ ਕਰ ਸ਼ੇਰ ਲੜਾਈ। ਇਹਨਾਂ ਨੇ ਕਿਲੇ ਨਹੀਂ ਛੱਡਣੇ ਖਾਲੀ, ਕਬਜ਼ਾ ਕਰਨਗੇ, ਕੋਈ ਨਾ ਕੋਈ ਲੜਾਈ ਛੇੜਨਗੇ। ਵਧਿਓ ਅਧਿਕ ਉਤਸ਼ਾਹ ਔਰ ਹੱਥ ਹੈ ਰੇ ਪਤਾਈ। ਕਿਉਂ ਉਤਸ਼ਾਹ ਜੋ ਆ ਗਿਆ ਜੀ ਮਨ 'ਚ, ਦੁਸ਼ਮਣਾਂ ਨੂੰ ਭਜਾਇਆ, ਉਤਸ਼ਾਹ ਹੈਗਾ ਮਹਾਰਾਜ ਕਹਿੰਦੇ ਇਹਨਾਂ ਦੇ ਮਨ 'ਚ। ਮਿਸ ਅਖੇਰ ਕੇ ਵਹਿਰ ਫਿਰ ਘਾਲੈ ਰਣ ਭਾਰੀ। ਤੇ ਜੇ ਹੁਣ ਜਰ ਗਏ ਤਾਂ ਠੀਕ ਹੈ, ਨਹੀਂ ਤੇ ਸ਼ਿਕਾਰ ਦੇ ਬਹਾਨੇ ਕੋਈ ਨਾ ਕੋਈ ਜੰਗ ਇਹਨਾਂ ਛੇੜੀ ਰੱਖਿਆ ਕਰਨੀ ਹੈ। ਹਾਂਜੀ, ਅਬ ਤੋਂ ਸਭ ਨਹਿ ਮਾਰਣੈ ਗੁਰ ਭਲੇ ਵਿਚਾਰੀ। ਅਬ ਤੋਂ ਸਭ ਨਹਿ ਮਾਰਨ, ਅਜੇ ਤਾਂ ਸਾਰੇ ਨਹੀਂ ਮਾਰਨੇ ਰਾਜੇ। ਆਖੋ ਵਾਹਿਗੁਰੂ। ਅਜੇ ਥੋੜੀ ਮਹਾਰਾਜ ਕਹਿੰਦੇ ਸਾਰੇ ਰਾਜੇ ਵਿਚਾਰਨੇ, ਕਿਉਂ ਮਹਾਰਾਜ ਨੂੰ ਪਤਾ ਨਾ ਕਿਹੜਾ ਕੰਮ ਕਿਵੇਂ ਕਰਨਾ ਹੈ। ਇਹ ਕਹਿੰਦੇ ਹੁਣੇ ਹੀ ਰਾਜੇ ਮਾਰ ਦਈਏ। ਇਹ ਮਹਾਰਾਜ ਕਹਿਣ ਲੱਗੇ ਆਪਣੇ ਮਨ 'ਚ ਵਿਚਾਰ ਕਰਦੇ ਵੀ ਇੰਨੀ ਛੇਤੀ ਨਹੀਂ ਸਾਰੇ ਰਾਜੇ ਮਾਰਨੇ। ਹਾਂਜੀ, ਚੱਲ ਹੈ ਆਨੰਦਪੁਰ ਆਪਣੇ ਹੋਏ ਹੈ ਤਹ ਸ਼ਾਂਤੀ। ਫਿਰ ਮਹਾਰਾਜ ਇਹ ਵੀ ਵਿਚਾਰ ਕਰਦੇ ਵੀ ਜੇਤ ਰਹੇ ਪੌਂਟੇ ਇੱਥੇ, ਇਹਨਾਂ ਸ਼ਿਕਾਰ ਦੇ ਬਹਾਨੇ ਕਿਸੇ ਨਾ ਕਿਸੇ ਹਿਸਾਬ ਨਾਲ ਰਾਜਿਆਂ ਨਾਲ ਲੜਾਈ ਲੈ ਲੈਣੀ ਹੈ। ਹੁਣ ਇਹ ਸ਼ਾਂਤ ਤੇ ਆਨੰਦਪੁਰ ਜਾ ਕੇ ਹੀ ਹੋਣਗੇ। ਆਖੋ ਸ੍ਰੀ ਵਾਹਿਗੁਰੂ। ਆਨੰਦਪੁਰ ਹੀ ਚੱਲੀਏ, ਉੱਥੇ ਹੀ ਸ਼ਾਂਤ ਹੋਣਗੇ ਇਹ ਸਾਰੇ। ਕਿਉਂ ਇਲਾਕਾ ਬਦਲ ਜਾਵੇ ਉਹਦਾ ਫਰਕ ਪੈ ਜਾਂਦਾ ਨਾ ਜੀ। ਹਾਂਜੀ, ਲੱਗਿਓ ਬੈਰ ਇਸ ਦੇਸ਼ ਮੈਂ ਭੇ ਬ੍ਰਿੰਦ ਅਰਾਤੀ। ਨਹੀਂ ਤਾਂ ਗੁਰਸਿੱਖਾਂ ਨੇ ਇਹਨਾਂ ਰਾਜਿਆਂ ਨੂੰ ਛੱਡਣਾ ਨਹੀਂ, ਤਾਂ ਅਜੇ ਸਮਾਂ ਨਹੀਂ ਆਇਆ ਉਹ। ਹਾਂਜੀ, ਤਬ ਸਭ ਸੁਭਟਨ ਸੋ ਭਾਖਿਓ ਔਰ ਧੀਰਜ ਧਾਰੋ। ਫਿਰ ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਧੀਰਜ ਰੱਖੋ, ਜੋ ਦਿਓ। ਹਾਂਜੀ, ਚੱਲੋ ਆਨੰਦਪੁਰ ਆਨੰਦ ਧਾਰ ਨਿਜ ਨਗਰ ਸੰਭਾਰੋ। ਹੁਣ ਆਨੰਦ ਧਾਰੋ ਤੇ ਚਲੋ ਆਪਣੇ ਆਨੰਦਪੁਰ ਚੱਲੀਏ। ਉਹ ਆਪਣੇ ਆਨੰਦਪੁਰ ਦੀ ਵੀ ਤੇ ਖਬਰਸਾਰ ਲਈਏ ਨਾ। ਹਾਂਜੀ, ਤਿਸ ਹੀ ਦਿਸ਼ ਜੀਤੋ ਪ੍ਰਥਮ ਅਰ ਗੁਰ ਦਰਬਾਰਾ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤਿਤ ਹੀ ਦਿਸ਼ ਜੀਤੋ ਪ੍ਰਥਮ ਅਰ ਗੁਰ ਦਰਬਾਰਾ। ਮਹਾਰਾਜ ਕਹਿਣ ਲੱਗੇ ਚਲੋ ਉੱਥੇ ਚੱਲੀਏ, ਉੱਥੇ ਗੁਰੂ ਦਾ ਵੱਡਾ ਦਰਬਾਰ ਹੈ। ਹਾਂਜੀ, ਕਰ ਹੈ ਨਮੋ ਗਮਨੈ ਅਬੈ ਇਹ ਭਲੀ ਵਿਚਾਰਾ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਰਹਿ ਨਮੋ ਗਮਨ ਹੈ ਅਬੈ, ਚਲੋ ਜਾ ਕੇ ਆਪਣੇ ਸਤਿਗੁਰਾਂ ਦੇ ਅਸਥਾਨ ਤੇ ਨਮਸਕਾਰ ਕਰੀਏ। ਇਹੋ ਹੀ ਠੀਕ ਹੈ, ਆਪਣੇ ਨੂੰ ਜਿੱਤ ਦਾ ਸ਼ੁਕਰਾਨਾ ਤੇ ਕਰੀਏ ਜੀ। ਹਾਂਜੀ, ਸ਼੍ਰੀ ਮੁਖ ਤੇ ਸਮਝਾਏ ਕਰ ਬਹੁ ਵੀਰ ਹਟਾਏ। ਉਹ ਜੋ ਤੇ ਫਿਰ ਕਹਿਣ ਮਹਾਰਾਜ ਇੱਕ ਵਾਰੀ ਤੇ ਹੁਕਮ ਕਰੋ, ਫਤਿਹ ਸ਼ਾਹ ਨੂੰ ਧੌਣੋਂ ਫੜ ਕੇ ਲੈ ਕੇ ਆਉਣਾ। ਮਹਾਰਾਜ ਸਮਝਾਉਂਦੇ, ਮਹਾਰਾਜ ਕਹਿੰਦੇ ਨਾ ਨਾ ਕੁਝ ਸਮਾਂ ਕੱਢ ਲਈਏ ਹੁਣ। ਹਾਂਜੀ, ਦਇਓ ਹੁਕਮ ਤਿਆਰੀ ਕਰੋ ਰਣਜੀਤ ਬਜਾਏ। ਸਤਿਗੁਰਾਂ ਨੇ ਹੁਕਮ ਕੀਤਾ ਵੀ ਰਣਜੀਤ ਨਗਾਰਾ ਵਜਾਓ, ਤਿਆਰੀ ਦਾ ਆਪਾਂ ਹੁਣ ਚੱਲੀਏ। ਉਸ਼ਟਰ ਆਨੋ ਸੈਂਕਰੇ ਸਭ ਦਲੈ ਸਮਾਜਾ। ਤੇ ਲੈ ਕੇ ਆਓ ਊਂਠ, ਲੈ ਕੇ ਆਓ ਹਜ਼ਾਰਾਂ ਊਂਠ, ਸੈਂਕੜੇ ਵਾਹਿਗੁਰੂ ਕਈ 100 ਊਂਠ ਲੈ ਕੇ ਆਓ, ਉਹਨਾਂ ਉੱਤੇ ਸਮਾਨ ਲੱਦੀਏ। ਗਾਹੋ ਬੇਗਾਰੀ ਗ੍ਰਾਮ ਨਰ ਜਹ ਨਹਿ ਭਾਜਾ। ਮਹਾਰਾਜ ਕਹਿਣ ਲੱਗੇ ਪਿੰਡਾਂ ਦੇ ਬੰਦੇ ਲਓ ਜਿਹੜੇ ਭਾਰ ਢਾਉਂਦੇ ਆ, ਤੇ ਆਪਾਂ ਚੱਲੀਏ। ਸੁਨ ਸਤਿਗੁਰ ਕੇ ਹੁਕਮ ਕਉ ਚੜ ਕਰ ਅਸਵਾਰਾ। ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਗੁਰਸਿੱਖਾਂ ਨੇ ਫਿਰ ਸਵਾਰਾ ਕੀਤਾ, ਭਾਵ ਤਿਆਰੀ ਕੀਤੀ। ਗ੍ਰਾਮ ਅਨੇਕਨ ਕੇ ਗਹੇ ਨਰ ਆਨ ਹਜ਼ਾਰਾ। ਤੇ ਕਈ ਪਿੰਡਾਂ ਦੇ ਬੰਦੇ ਲਾਗੋਂ ਲਾਗੋਂ ਇਕੱਠੇ ਕੀਤੇ, ਕਿਉਂ ਸਾਜੋ ਸਮਾਨ ਵੀ ਬਹੁਤ ਹੈ ਨਾ ਜੀ ਮਹਾਰਾਜ ਦਾ।
ਹਾਂਜੀ। ਬੰਦੇ ਭਾਰ ਸਮਾਜ ਕੇ ਸਿਰ ਦੇ ਅਚੁਆਏ। ਤੇ ਬਹੁਤ ਸਾਰੀਆਂ ਵਸਤੂਆਂ ਭਾਰ ਬੰਨ ਬੰਨ ਕੇ ਨਾ ਜੀ ਸਿਰਾਂ ਉੱਤੇ ਰੱਖ ਕੇ ਗਮਨਿਓ ਪ੍ਰਥਮ ਬਹੀਰ ਸਭ ਉਸ਼ਟਰ ਲਦਵਾਏ। ਇੱਕ ਬਹੁਤ ਵੱਡੀ ਵਹੀਰ ਸੱਚੇ ਪਾਤਸ਼ਾਹ ਜੀ ਨੇ ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਤੋਰ ਦਿੱਤੀ ਜੀ। ਬਹੁਤ ਸਾਰਾ ਭਾਰ ਊਂਠਾਂ ਦੇ ਉੱਤੇ ਰਖਵਾ ਦਿੱਤਾ ਜੀ। ਹਾਂਜੀ। ਸ਼ਮਿਆਨੇ ਤੰਬੂ ਘਨੇ ਗਨ ਫਰਸ਼ ਵਿਸਾਲੇ। ਬੜੇ ਸ਼ਮਿਆਨੇ, ਤੰਬੂ, ਗਲੀਚੇ, ਸ਼ਤਰੰਜੀ ਬਹੁ ਜਾਮਨ ਜਾਜਮਾ ਬਾਸਨ ਬੜ ਜਾਲੇ। ਤੇ ਦਰੀਆਂ, ਸਾਧ ਸੰਗਤ ਜੀ, ਕੱਪੜੇ, ਬਰਤਨ, ਖੱਚਰ ਪਰ ਲਾਦੇ ਅਧਿਕ ਧਨ ਕੋਸ਼ ਮਹਾਨਾ। ਬਹੁਤ ਸਾਰੀ ਮਾਇਆ, ਸਭ ਕੁਝ ਖੱਚਰਾਂ ਉੱਤੇ ਲੱਦ ਦਿੱਤਾ ਜੀ। ਹਾਂਜੀ। ਬੱਦੇ ਭਾਰ ਸੰਭਾਰ ਕੇ ਜੇ ਵਸਤੂ ਨਾਨਾ। ਤੇ ਬਹੁਤ ਸਾਰੀਆਂ ਪੰਡਾਂ ਬੰਨ ਬੰਨ ਕੇ ਗਰੀਬ ਨਵਾਜ ਜੀ ਹੁਣ ਪਾਉਂਟਾ ਸਾਹਿਬ ਤੋਂ ਚਾਲਾ ਪਾਉਣ ਲੱਗੇ। ਆਖੋ ਸ੍ਰੀ ਵਾਹਿਗੁਰੂ। ਅੱਜ ਵੀ ਪਾਉਂਟਾ ਸਾਹਿਬ ਵਸਦਾ, ਉਹ ਸਤਿਗੁਰਾਂ ਦੇ ਨਾਮ ਉੱਤੇ ਵਸਦਾ ਜੀ। ਹਾਂਜੀ। ਉਥੋਂ ਦੇ ਦੁਨੀਆ ਨੂੰ ਪੁੱਛੋ, ਉਥੋਂ ਦੇ ਇਲਾਕੇ ਦੇ ਲੋਕਾਂ ਨੂੰ ਪੁੱਛੋ, ਉਹ ਕਹਿੰਦੇ ਗੁਰੂ ਸਾਹਿਬ ਆਏ, ਉਹਨਾਂ ਨੇ ਨਗਰ ਵਸਾਇਆ ਤੇ ਸਾਡੀ ਰੋਜੀ ਰੋਟੀ ਚੱਲ ਰਹੀ ਹੈ। ਕਹਿਣ ਲੱਗੇ ਸਾਡੀ ਰੋਜੀ ਰੋਟੀ ਚੱਲ ਰਹੀ ਹੈ। ਉਸ ਥਾਂ ਨੂੰ ਭਾਗ ਲੱਗ ਗਏ ਸਾਧ ਸੰਗਤ ਜੀ। ਹਾਂਜੀ। ਭਾਰ ਉਚਾਵਨ ਹਾਰ ਜੇ ਸਭ ਚਲੇ ਹਜ਼ਾਰੇ। ਆਗੇ ਪਾਛੇ ਸਪਟ ਗਨ ਗਮਨੇ ਰਖਵਾਰੇ। ਬਹੁਤ ਸਾਰੇ ਭਾਰ ਚੁੱਕਣ ਵਾਲੇ ਲੈ ਲਏ, ਉਹਨਾਂ ਕੋ ਭਾਰ ਚੁਕਾਇਆ, ਨਾਲ ਫੌਜਾਂ ਗੁਰੂ ਜੀ ਦੀਆਂ ਸਨੇ ਸਨੇ ਵਤ ਸਕਲ ਕਉ ਸੰਭਾਰ ਲਦਾਈ। ਸਭ ਕੁਝ ਉਹਨਾਂ ਉੱਤੇ ਲੱਦ ਕੇ ਸਹਿਜੇ ਸਹਿਜੇ ਉਹਨਾਂ ਚਾਲਾ ਪਾਇਆ। ਮਾਰਗ ਮੈਂ ਬਹੁ ਚੱਲ ਪਰੇ ਹੇਰੇ ਸਮੁਦਾਈ। ਤੇ ਰਸਤੇ ਵਿੱਚ ਫਿਰ ਲੋਕ ਵੇਖਦੇ ਆ ਵੀ ਹੁਣ ਸਤਿਗੁਰੂ ਜੀ ਪਾਉਂਟੇ ਤੋਂ ਆਪਣੇ ਆਨੰਦਪੁਰ ਚੱਲੇ ਹਨ ਜੀ। ਅੱਗੋਂ ਪ੍ਰਸੰਗ ਜਿਹੜਾ ਹੈ ਉਹ ਸਾਧ ਸੰਗਤ ਜੀ ਕੱਲ ਦੇ ਦਿਨ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਾਡੇ ਗੁਰੂ ਜੀ ਪੂਰੇ ਨੇ ਸਾਧ ਸੰਗਤ ਜੀ, ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਟੇਕ। ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਮਹਾਰਾਜ ਪੂਰੇ ਹੈ। ਲਾਵਾਂ ਦਾ ਜਦੋਂ ਪਾਠ ਕਰਦੇ ਤੇ ਉਹਦੇ ਵਿੱਚ ਆਉਂਦਾ ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲ ਵਿਖ ਪਾਪ ਗਵਾਇਆ। ਮਹਾਰਾਜ ਜੀ ਮਿਹਰ ਕਰਨ। ਆਓ ਪ੍ਰੇਮ ਨਾਲ ਪੰਕਤੀ ਪੜੋ, ਫਿਰ ਖਿਮਾ ਮੰਗੀਏ ਜੀ। ਗੁਰ ਪੂਰਾ ਮੇਰਾ ਗੁਰ ਪੂਰਾ, ਗੱਜ ਕੇ ਗੁਰ ਪੂਰਾ ਮੇਰਾ ਗੁਰ ਪੂਰਾ। 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 ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ, ਹਾਂ ਵਾਰ ਵਾਰ ਆਪਣੇ ਗੁਰੂ ਕੋ ਜਾਸਾ।